Hello students, welcome to this presentation. In this presentation we shall study about learning disabilities. Very important kind of a topic because as far as teachers are concerned, almost every one of us has disability in one or the other area of learning, and this is one factor which is least recognized. Classroom ਦੇ ਵਿੱਚ ਜਦੋਂ ਬੱਚੇ learning disabled ਹੁੰਦੇ ਨੇ ਅਕਸਰ ਉਹਨਾਂ ਨੂੰ ਕਿਸੇ ਜਿਨ੍ਹਾਂ ਦੀ ਆਈਡੈਂਟੀਫਿਕੇਸ਼ਨ ਹੈ ਉਹ ਗਲਤ ਕਰ ਦਿੱਤੀ ਜਾਂਦੀ ਹੈ, ਜਿਸ ਕਰਕੇ ਮੈਨੀ ਟਾਈਮਸ ਆਪਾਂ ਇਸ ਨੂੰ ਠੀਕ ਨਹੀਂ ਕਰ ਪਾਉਂਦੇ. ਬਟ ਐਜ਼ ਅ ਟੀਚਰ ਵੀ ਨੀਡ ਟੂ ਨੋ ਕਿ ਲਰਨਿੰਗ ਡਿਸੇਬਿਲਿਟੀ ਕੀ ਹੁੰਦੀ ਹੈ ਐਂਡ ਹਾਊ ਵੀ ਕੈਨ ਕਿਉਰ we cannot cure learning disability, but how we can manage learning disability. So first of all we'll try to understand कि the basic concept की है. Going through the various aspects of learning disability, because you need to know a number of things about this. Learning disability is due to genetic, it is due to genetic or neurobiological factors. So सब तो पहली गल जो सानू समझण दी लोड़ है कि लर्निंग डिसेबिलिटी विच साडे एनवायरनमेंट दा कोई रोल नहीं है. कोई भी टीचर सानू लर्निंग डिसेबल्ड नहीं बनाता, राइट. सो नॉर्मली हो सकता है कि एक बच्चे जिवें आपां अगे जाके करांगे कि इन्हां दे फीचर्स है कि इन्हां नू कोई चीज़ समझ नहीं बच्चे नू ठीक टाइम ते आ रही, तो समझ ना आने दे काफ़ी कारण हो सकते हैं. जे वो कारण टीचर दे अध्यापन नाल या बुक के कंटेंट नाल रिलेटेड नहीं है, बट इट इज़ समथिंग विच इज़ इंटरनल टू द चाइल्ड. ਉਹਦਾ अपना कोई रीज़न है, उसनू ਆਪਾਂ लर्निंग डिसेबिलिटी ਦੇ अंडर ਮੰਨ ਸਕਦੇ. सो इट इज़ जेनेटिक, जन्म तो ही होएगा, कोई जेनेटिक रीज़न है, या उसके दिमाग का न्यूरोबायोलॉजिकल फैक्टर, समथिंग विच रिलेट्स टू इट्स ब्रेन की फंक्शनिंग ਨੂੰ ਪ੍ਰਭਾਵਿਤ ਕਰ ਦਿੱਤਾ ਜਾਂਦਾ, ਜਿਸ ਕਾਰਨ ਉਹ ਬੱਚਾ ਇੱਕ ਜਾਂ ਇੱਕ ਤੋਂ ਵੱਧ ਕੋਈ ਗਿਆਨਾਤਮਕ ਪ੍ਰਕਿਰਿਆ ਹੈ ਜਿਸ ਦਾ ਸੰਬੰਧ ਸਿੱਧੇ ਤੌਰ ਤੇ ਸਾਡੀ ਸਿੱਖਣ ਦੇ ਨਾਲ ਹੋਵੇ, ਉਸ ਨੂੰ ਪ੍ਰੋਸੈਸ ਕਰਨ ਵਿੱਚ ਉਸ ਨੂੰ ਪ੍ਰੋਬਲਮ ਆਉਂਦੀ ਹੈ. ਸੋ ਬੇਸਿਕਲੀ ਜਿਵੇਂ ਆਪਾਂ ਜੇ ਇੱਕ ਅੰਡਰਸਟੈਂਡ ਕਰਨ ਲਈ ਦੇਖੀਏ ਕਿ ਸਪੋਜ਼ ਦਿਸ ਇਜ਼ ਅ ਪਰਸਨਸ ਬ੍ਰੇਨ, ਨਾ ਸਪੋਜ਼ ਆਪਾਂ ਇਸ ਟੌਪਿਕ ਨੂੰ ਸਮਝਣ ਦੇ ਲਈ, ਜਾਂ ਬਿਕੋਜ਼ ਦਿਸ ਇਜ਼ ਵੈਰੀ ਇੰਪੋਰਟੈਂਟ ਐਜ਼ ਫਾਰ ਐਜ਼ ਯੂਰ ਅੰਡਰਸਟੈਂਡਿੰਗ ਇਜ਼ ਕੰਸਰਨ. ਸਪੋਜ਼ ਦਿਸ ਇਜ਼ ਹਿਊਮਨ ਬ੍ਰੇਨ, ਆਪਾਂ ਮੰਨਦੇ ਕਿ ਇਹ ਬ੍ਰੇਨ ਹੈ. ਇਸ ਬ੍ਰੇਨ ਦਾ ਸਪੋਜ਼ ਇਹ ਵਾਲਾ ਏਰੀਆ ਹੈ ਕੋਈ ਵਿਚ ਇਜ਼ ਰਿਲੇਟਡ ਟੂ ਰੀਡਿੰਗ, ਰਾਈਟ. ਸੋ ਹੁਣ ਆਪਣੇ ਕੋਲ ਇੱਕ ਬੱਚਾ ਇਹ ਹੈ, ਉਸ ਬੱਚੇ ਨੂੰ ਤੁਸੀਂ ਇੱਕ ਬੁੱਕ ਦਿੰਦੇ ਹੋ ਰੀਡ ਕਰਨ ਲਈ. ਜਦੋਂ ਬੱਚਾ ਬੁੱਕ ਨੂੰ ਰੀਡ ਕਰਦਾ ਹੈ, ਬੁੱਕ ਨੂੰ ਰੀਡ ਕਰਨ ਲਈ ਤੁਹਾਨੂੰ ਕੀ ਜ਼ਰੂਰੀ ਹੈ? ਬੁੱਕ ਦੇ ਵਰਡਸ ਤੁਹਾਨੂੰ ਦਿਖਣੇ ਤਾਂ ਜ਼ਰੂਰੀ ਹੈ ਇੱਕ ਪਲੈਟਫਾਰਮ 'ਤੇ. ਤਾਂ ਜਦੋਂ ਵੀ ਆਪਾਂ ਇੱਕ ਨੋਰਮਲੀ ਬੁੱਕ ਰੀਡ ਕਰਦੇ ਹਾਂ ਤਾਂ ਜਿਹੜਾ ਜਿਵੇਂ ਹੀ ਤੁਸੀਂ ਆਈਜ਼ ਤੁਹਾਡੀਆਂ ਜਿਹੜੀਆਂ ਇਸ ਬੱਚੇ ਦੀਆਂ ਜਾਂ ਕਿਸੇ ਦੀਆਂ ਵੀ ਆਈਜ਼ ਹੈ, ਜਿਵੇਂ ਹੀ ਉਹ ਸੋ ਜਿਵੇਂ ਸਪੋਜ਼ ਆਪਾਂ ਸੇਮ ਐਗਜ਼ਾਮਪਲ ਲੈਂਦੇ ਦੁਬਾਰਾ, ਦਿਸ ਇਜ਼ ਅ ਬ੍ਰੇਨ ਐਂਡ ਬ੍ਰੇਨ ਦੇ ਵਿੱਚ ਇੱਕ ਏਰੀਆ ਹੈ ਵਿਚ ਇਜ਼ ਰਿਲੇਟਡ ਟੂ ਰੀਡਿੰਗ. ਆਪਾਂ ਇੱਕ ਬੱਚੇ ਨੂੰ ਏ ਨੂੰ ਬੁੱਕ ਰੀਡ ਕਰਨ ਲਈ ਦਿੱਤੀ. ਜਿਵੇਂ ਹੀ ਇਸ ਬੱਚੇ ਦੀਆਂ ਆਈਜ਼ ਇਸ ਬੁੱਕ ਵੱਲ ਧਿਆਨ ਦੇਣਗੀਆਂ ਤਾਂ ਉਹ ਆਈਜ਼ ਤੋਂ ਇੱਕ ਸਿਗਨਲ ਜਾਏਗਾ ਇਸ ਏਰੀਆ ਨੂੰ ਕਿ ਇਹ ਬੱਚਾ ਹੁਣ ਕੁਝ ਰੀਡ ਕਰ ਰਿਹਾ. ਇਸ ਏਰੀਏ ਦੇ ਵਿੱਚ ਕੁਝ ਪ੍ਰੋਸੈਸਿੰਗ ਹੋਏਗੀ ਐਂਡ ਉਹ ਪ੍ਰੋਸੈਸਿੰਗ ਤੋਂ ਵਾਪਸ ਇੱਕ ਸਿਗਨਲ ਆਏਗਾ ਐਂਡ ਜਿਸ ਨਾਲ ਤੁਸੀਂ ਇਸ ਵਰਡਸ ਨੂੰ ਰੀਡ ਕਰ ਪਾਉਂਦੇ ਹੋ. ਹੁਣ ਜੇ ਇਹ ਬੱਚਾ ਲਰਨਿੰਗ ਡਿਸੇਬਲਡ ਹੈ, ਜਦੋਂ ਇਸ ਦੀਆਂ ਆਈਜ਼ ਇਹ ਸਿਗਨਲ ਭੇਜਣਗੀਆਂ ਬ੍ਰੇਨ ਦੇ ਇਸ ਹਿੱਸੇ ਨੂੰ, ਤਾਂ ਇਸ ਦੀ ਜਿਹੜੀ ਪ੍ਰੋਸੈਸਿੰਗ ਹੈ ਬ੍ਰੇਨ ਦੀ ਉਹ ਪ੍ਰੋਪਰ ਨਹੀਂ ਹੋਏਗੀ ਐਂਡ ਉਸ ਇੰਪ੍ਰੋਪਰ ਪ੍ਰੋਸੈਸਿੰਗ ਕਾਰਨ ਜਦੋਂ ਬੱਚਾ ਬੁੱਕ ਨੂੰ ਰੀਡ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹ ਰੀਡ ਨਹੀਂ ਕਰ ਪਾਏਗਾ. ਸੋ ਇਸ ਲਈ ਆਪਾਂ ਕਹਿੰਦੇ ਹਾਂ ਦਿਸ ਇਜ਼ ਸਮਥਿੰਗ ਵਿਚ ਇਜ਼ ਰਿਲੇਟਡ ਟੂ ਯੋਰ ਨਿਊਰੋਬਾਇਓਲੋਜੀਕਲ ਪ੍ਰੋਸੈਸਿਸ, ਜਿਸ ਦੇ ਨਾਲ ਜਿਹੜੇ ਬ੍ਰੇਨ ਦੀ ਫੰਕਸ਼ਨਿੰਗ ਹੈ ਉਹ ਇਫੈਕਟ ਹੁੰਦੀ ਹੈ. ਐਂਡ ਬ੍ਰੇਨ ਦੀ ਫੰਕਸ਼ਨਿੰਗ ਇਫੈਕਟ ਹੋਣ ਕਾਰਨ ਜੇ ਉਹ ਪ੍ਰਕਿਰਿਆ ਜਾਂ ਉਹ ਫੰਕਸ਼ਨਿੰਗ ਇਜ਼ ਰਿਲੇਟਡ ਟੂ ਯੋਰ ਲਰਨਿੰਗ, ਤਾਂ ਬੱਚੇ ਦੀ ਲਰਨਿੰਗ ਦੇ ਵਿੱਚ ਪ੍ਰੋਬਲਮ ਆਊ. ਸੋ ਇਸ ਨਾਲ ਬੱਚੇ ਦੇ ਬੇਸਿਕ ਲਰਨਿੰਗ ਸਕਿੱਲਸ ਜੇ ਆਪਾਂ ਲਾਈਏ ਕਿ ਸਾਡੇ ਸਿੱਖਣ ਦੇ 4 ਬੇਸਿਕ ਜਾਂ 3 ਬੇਸਿਕ ਲਰਨਿੰਗ ਸਕਿੱਲਸ ਹੈ, ਰੀਡਿੰਗ, ਪੜ੍ਹਨਾ, ਲਿਖਣਾ ਅਤੇ ਮੈਥਸ. ਇਹਨਾਂ ਤਿੰਨਾਂ ਦੇ ਵਿੱਚ ਉਹ ਕਿਸੇ ਵੀ ਪ੍ਰੋਸੈਸ ਵਿੱਚ ਜੇ ਉਸ ਬੱਚੇ ਨੂੰ ਜਾਂ ਤਿੰਨੋਂ ਪ੍ਰੋਸੈਸਿਸ ਵਿੱਚ ਜੇ ਪ੍ਰੋਬਲਮ ਆਵੇ ਦੈਨ ਲਰਨਿੰਗ ਡਿਸੇਬਲ ਹੋ ਸਕਦਾ. ਬਹੁਤੀ ਵਾਰੀ ਤੁਹਾਡੇ ਹਾਇਰ ਲੈਵਲ ਸਕਿੱਲਸ ਹੈ, ਜਿਵੇਂ ਕਿਸੇ ਚੀਜ਼ ਨੂੰ ਸੰਗਠਿਤ ਕਰਨਾ, ਜਿਵੇਂ ਆਪਣੇ ਕਮਰੇ ਨੂੰ ਅਰੇਂਜ ਕਰਨਾ, टाइम प्लान करना, समय की प्लैनिंग करना, एब्सट्रैक्ट रीजनिंग करना, लॉन्ग या शॉर्ट टर्म मैमरी, थोड़े समय की या लंबे समय की थोड़ी याद शक्ति ते ध्यान केंद्रित करने की कला नूं भी प्रभावित कर सकता है. सो सानू ये चीज़ रियलाइज़ करनी पऊ. आप अगे जाके क्लासीफिकेशन भी करांगे कि लर्निंग डिसेबिलिटी का संबंध केवल बंदे की पढ़ाई लिखाई नाल नहीं है, बट उसके जो अपने फैमिली नाल, फ्रेंड्स नाल या बहुती बार थोड़े रिश्ते हैं वो भी प्रभावित हो जाते हैं, जो कि नॉन अकैडमिक आसपैक्ट ऑफ दी of this problem हो जाता, right. Since difficulty with reading writing are recognizable problems during the school, ਆਪਾਂ ਇਹਨੂੰ recognize ਤਾਂ ਕਰ ਸਕਦੇ ਹਾਂ, बट often ਇਸ ਕਰਕੇ ਮਤਲਬ ਪਹਿਚਾਨੀਆਂ ਤਾਂ ਜਾਂਦੀਆਂ ਨੇ, ਐਵੇਂ ਨਹੀਂ ਹੈ ਕਿ undiagnosed ਰਹਿ ਜਾਂਦਾ. but then many a times ਤੁਹਾਨੂੰ some individuals do not receive an evaluation until they are in post secondary. उसके बावजूद भी
ਬਹੁਤੀ ਵਾਰ ਮਤਲਬ 10ਵੀਂ ਕਲਾਸ ਪਾਸ ਕਰਨ ਤੋਂ ਬਾਅਦ ਜਾਂ ਵੱਡੇ ਜਦੋਂ ਆਪਾਂ ਨੌਕਰੀ ਕਰਨ ਲੱਗ ਜਾਂਦੇ ਉਦੋਂ ਬੱਚੇ ਨੂੰ ਪਤਾ ਲੱਗਦਾ ਕਿ ਉਹ ਲਰਨਿੰਗ ਡਿਸੇਬਲਡ ਹੈ। ਸੋ ਜੇ ਪੂਰੀ ਲਾਈਫ ਉਸ ਬੱਚੇ ਨੂੰ ਕਦੇ ਪਤਾ ਹੀ ਨਹੀਂ ਲੱਗਦਾ ਕਿ ਜਿਹੜੀਆਂ ਉਹਨੂੰ ਪ੍ਰੋਬਲਮਸ ਆ ਰਹੀਆਂ ਸੀ ਉਹਦੀ ਪੜ੍ਹਾਈ ਦੇ ਵਿੱਚ, ਉਹ ਉਹਨਾਂ ਦੇ ਰੀਜ਼ਨਸ ਕੀ ਸੀ, ਉਹ ਸਾਨੂੰ ਨਹੀਂ ਪਤਾ ਲੱਗਦੇ। ਐਂਡ ਕਿਉਂ ਨਹੀਂ ਪਤਾ ਲੱਗਦੇ? ਕਿਉਂਕਿ ਬਹੁਤੀ ਵਾਰ ਅਸੀਂ ਇਹਨੂੰ ਦੂਜੀਆਂ ਆਮ ਜਿਹੜੀਆਂ ਸਾਡੀਆਂ ਸਿੱਖਣ ਦੀਆਂ ਸਮੱਸਿਆਵਾਂ ਨੇ, ਜਿਹੜੀਆਂ ਕਿ ਜਾਂ ਤਾਂ ਮੇਰੀਆਂ ਆਈਸ ਦੀ, ਜਿਵੇਂ ਆਪਾਂ ਕੀਤਾ ਕਿ ਜੇ ਮੈਨੂੰ ਦਿਖ ਹੀ ਨਹੀਂ ਰਿਹਾ ਬਲੈਕ ਬੋਰਡ ਤਾਂ ਵੀ ਤਾਂ ਮੈਂ ਨੋਟਬੁੱਕ 'ਚ ਮਾੜਾ ਲਿਖੂੰਗੀ ਨਾ। ਸੋ ਵਿਜ਼ੂਅਲ ਰੀਜ਼ਨਸ ਹੋ ਸਕਦੀਆਂ, ਜਾਂ ਮੈਨੂੰ ਸੁਣਿਆ ਹੀ ਨਹੀਂ ਮੈਮ ਨੇ ਕੀ ਕਿਹਾ ਤਾਂ ਮੈਂ ਜਵਾਬ ਨਹੀਂ ਦਿੱਤਾ, ਜਾਂ ਮੇਰਾ ਮੋਟਰ ਹੈਂਡੀਕੈਪ ਹੋ ਸਕਦਾ ਕਿ ਮੇਰੇ ਹੱਥ ਦੀਆਂ ਫਿੰਗਰਸ ਦੀ ਮਸਲਸ ਪ੍ਰੋਪਰਲੀ ਡਿਵੈਲਪ ਨਹੀਂ ਹੋਈਆਂ, ਮਾਨਸਿਕ ਸ਼ਕਤੀ ਬੱਚੇ ਦੀ ਕਮੀ ਹੋ ਸਕਦੀ ਹੈ, ਇਮੋਸ਼ਨਲ ਡਿਸਟਰਬੈਂਸਿਸ ਬੱਚੇ ਦੀਆਂ ਘੱਟ ਹੋ ਸਕਦੀਆਂ, ਜਾਂ ਇਨਵਾਇਰਮੈਂਟਲ, ਕਲਚਰਲ ਜਾਂ ਇਕਨੋਮਿਕ ਕੋਈ ਡਿਸਐਡਵਾਂਟੇਜ ਹੋ ਸਕਦੀ ਕਿ ਉਹਦੇ ਘਰੇ ਪੜ੍ਹਨ ਦਾ ਮਾਹੌਲ ਨਹੀਂ, ਉਹਦੀ ਲੈਂਗੁਏਜ ਨਹੀਂ ਠੀਕ ਹੈ, ਆਰਥਿਕਤਾ ਨਹੀਂ ਹੈ। ਇਹਨਾਂ ਕਾਰਨਾਂ ਕਾਰਨ ਵੀ ਆਫਨ ਬੱਚਾ ਜਿਹੜਾ ਉਹ ਕਲਾਸ ਵਿੱਚ ਵਧੀਆ ਪਰਫੋਰਮ ਨਹੀਂ ਕਰਦਾ। ਅਗੇਨ ਆਪਾਂ ਇਸ ਨੂੰ ਬਹੁਤ ਇੰਪੋਰਟੈਂਟਲੀ ਸਮਝਣ ਦੀ ਕੋਸ਼ਿਸ਼ ਤੁਸੀਂ ਕਰਨੀ ਹੈ ਕਿ ਜਿਵੇਂ ਸਪੋਜ਼ ਇਹ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਕਹਿ ਰਹੇ ਨੇ ਕਿ ਆਪਣੇ ਕੋਲ ਇੱਕ ਬੱਚਾ ਏ ਹੈ, ਰਾਈਟ। ਸਪੋਜ਼ ਇਹ ਬੱਚੇ ਦੇ ਵੀ ਹੈਂਡ ਰਾਈਟਿੰਗ ਬਹੁਤ ਪੂਅਰ ਹੈ, ਇਸ ਬੱਚੇ ਦੀ ਹੈਂਡ ਰਾਈਟਿੰਗ ਹੈ ਜਿਹੜੀ ਉਹ ਪੂਅਰ ਹੈ। ਪਰ ਇਸ ਬੱਚੇ ਦੀ ਹੈਂਡ ਰਾਈਟਿੰਗ ਇਸ ਲਈ ਪੂਅਰ ਹੈ ਬਿਕੋਜ਼ ਇਸ ਬੱਚੇ ਦੀਆਂ ਜਿਹੜੀਆਂ ਫਿੰਗਰ ਦੀਆਂ ਮਸਲਸ ਹੈ ਉਹ ਪ੍ਰੋਪਰਲੀ ਕੰਮ ਨਹੀਂ ਕਰਦੀਆਂ, ਰਾਈਟ। ਫਿਰ ਤੁਹਾਡੇ ਕੋਲ ਇੱਕ ਬੱਚਾ ਬੀ ਹੈ, ਇਸ ਬੱਚੇ ਦੀ ਵੀ ਹੈਂਡ ਰਾਈਟਿੰਗ ਪੂਅਰ ਹੈ। ਸੋ ਇੱਕ ਟੀਚਰ ਲਈ ਤਾਂ ਦੋਨੋਂ ਬੱਚਿਆਂ ਦੀ ਜਿਹੜੀ ਆਬਜ਼ਰਵੇਸ਼ਨ ਉਹ ਸੇਮ ਹੋਏਗੀ, ਦੋਨਾਂ ਦੀ ਪੂਅਰ ਹੈਂਡ ਰਾਈਟਿੰਗ ਹੈ। ਪਰ ਇਸ ਬੱਚੇ ਦੀਆਂ ਜੇ ਤੁਸੀਂ ਦੇਖੋਗੇ ਕਿ ਇਹਦੀਆਂ ਆਈਜ਼, ਜੇ ਆਪਾਂ ਕਹੀਏ ਇਹਦੀਆਂ ਆਈਜ਼ ਇਹ ਬਿਲਕੁਲ ਠੀਕ ਨੇ, ਇਸ ਬੱਚੇ ਦੀਆਂ ਮਸਲਸ ਬਿਲਕੁਲ ਠੀਕ ਨੇ। ਇਸ ਦੀ ਪੂਅਰ ਹੈਂਡ ਰਾਈਟਿੰਗ ਦਾ ਕਾਰਨ ਇਸ ਨੂੰ ਬਲੈਕ ਬੋਰਡ ਠੀਕ ਦਿਖਣਾ ਨਹੀਂ ਹੈ, ਇਸ ਦੀਆਂ ਮਸਲਸ ਵੀ ਠੀਕ ਨੇ, ਕੋਆਰਡੀਨੇਸ਼ਨ ਠੀਕ ਹੈ, ਬਟ ਸਟਿਲ ਉਹਦੀ ਹੈਂਡ ਰਾਈਟਿੰਗ ਬਹੁਤ ਪੂਅਰ ਹੈ। ਦੈਨ ਦਿਸ ਚਾਈਲਡ ਕੈਨ ਬੀ ਲਰਨਿੰਗ ਡਿਸੇਬਲਡ, ਰਾਈਟ। ਪਰ ਇਹ ਬੱਚਾ ਲਰਨਿੰਗ ਡਿਸੇਬਲਡ ਨਹੀਂ ਹੈ। ਸੋ ਜੇ ਤੁਹਾਡੀ ਜਿਹੜੀਆਂ ਪ੍ਰੋਬਲਮਸ ਆ ਰਹੀਆਂ, ਜਿਵੇਂ ਆਪਾਂ ਕਹਿੰਦੇ ਰੀਡਿੰਗ ਵਿੱਚ, ਰਾਈਟਿੰਗ ਵਿੱਚ ਜਾਂ ਮੈਥਸ ਵਿੱਚ, ਜਿਹੜੀਆਂ ਕਿਸੇ ਬੱਚੇ ਨੂੰ ਪ੍ਰੋਬਲਮਸ ਆਉਂਦੀਆਂ ਨੇ ਐਂਡ ਜੇ ਉਹ ਪ੍ਰੋਬਲਮਸ ਉਸਦੀ ਆਈਸ ਦਾ ਕਮਜ਼ੋਰ ਹੋਣਾ, ਉਸਨੂੰ ਠੀਕ ਤਰ੍ਹਾਂ ਸੁਣ ਨਾ ਪਾਣਾ, ਉਸਦੀ ਇੰਟੈਲੈਕਚੁਅਲ ਡਿਵੈਲਪਮੈਂਟ ਠੀਕ ਨਾ ਹੋਣਾ, ਦਿਮਾਗੀ ਤੌਰ 'ਤੇ ਉਹਦਾ ਵਿਕਾਸ ਠੀਕ ਤਰ੍ਹਾਂ ਨਾ ਹੋਣਾ, ਜਾਂ ਉਹਦੇ ਕੋਈ ਘਰ ਦੇ ਇਨਵਾਇਰਮੈਂਟਲ ਫੈਕਟਰਸ, ਚਾਹੇ ਉਹ ਸੋਸ਼ਲ ਫੈਕਟਰਸ ਹੈ, ਕਲਚਰਲ ਫੈਕਟਰਸ ਹੈ ਜਾਂ ਇਨਵਾਇਰਮੈਂਟਲ ਫੈਕਟਰਸ ਹੈ, ਜੇ ਤੁਹਾਡੀਆਂ ਸਮੱਸਿਆਵਾਂ ਦਾ ਕਾਰਨ ਇਹਨਾਂ ਫੈਕਟਰਸ ਵਿੱਚ ਲਾਈ ਕਰ ਰਿਹਾ ਹੈ, ਦੈਨ ਯੂ ਆਰ not learning disabled, right? ਸੋ ਲਰਨਿੰਗ ਡਿਸੇਬਲਡ ਬੱਚੇ ਨੂੰ ਜਦੋਂ ਆਪਾਂ ਡਿਫਰੈਂਸ਼ੀਏਟ ਕਰਨਾ ਹੈ ਤਾਂ ਇਹ ਦੇਖਣਾ ਹੈ ਕਿ ਲਰਨਿੰਗ ਡਿਸੇਬਲਡ ਬੱਚੇ ਦੀਆਂ ਇਹ ਇਹਨਾਂ 'ਚੋਂ ਕੋਈ ਵੀ ਕਾਰਨ ਨਹੀਂ ਹੋਏਗਾ। ਉਸਦੀਆਂ ਅੱਖਾਂ ਵੀ ਠੀਕ ਹੋਣਗੀਆਂ, ਉਸਨੂੰ ਹੀਅਰਿੰਗ ਵੀ ਠੀਕ ਹੋਏਗੀ, ਉਹਦੀ ਇੰਟੈਲੀਜੈਂਸ ਵੀ ਠੀਕ ਹੁੰਦੀ ਹੈ, ਉਹਦੇ ਘਰ ਦਾ ਇਨਵਾਇਰਮੈਂਟ ਵੀ ਠੀਕ ਹੁੰਦਾ ਹੈ। ਕੋਈ ਵੀ ਰੀਜ਼ਨ ਤੁਹਾਨੂੰ ਇਹਨਾਂ ਫੈਕਟਰਸ ਵਿੱਚ ਨਹੀਂ ਮਿਲਦਾ ਜੋ ਕਿ ਇੱਥੇ ਜੇ ਤੁਸੀਂ ਸਲਾਈਡ ਵਿੱਚ ਦੇਖੋਗੇ ਤਾਂ ਉਹਨਾਂ ਨੇ ਲਿਖੇ ਹੋਏ ਨੇ। ਸੋ ਜੇ ਸਾਨੂੰ ਆਪਣੇ ਬੱਚੇ ਦੀ ਜਦੋਂ ਅਸੀਂ ਸਮੱਸਿਆ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਜੇ ਸਾਨੂੰ ਉਸ ਸਮੱਸਿਆ ਦਾ ਕਾਰਨ ਇਹਨਾਂ ਫੈਕਟਰਸ ਵਿੱਚ ਨਹੀਂ ਮਿਲਦਾ, ਵਿਜ਼ੂਅਲ, ਹੀਅਰਿੰਗ, ਮੋਟਰ ਹੈਂਡੀਕੈਪ, ਇਹਨਾਂ ਫੈਕਟਰਸ 'ਚ ਨਹੀਂ ਮਿਲ ਰਿਹਾ, ਇਮੋਸ਼ਨਲ ਡਿਸਟਰਬੈਂਸ ਕੋਈ ਨਹੀਂ ਹੈ ਬੱਚੇ ਨੂੰ, ਇਨਵਾਇਰਮੈਂਟ ਵੀ ਠੀਕ ਹੈ, ਦੈਨ ਯੂ ਕੈਨ ਸੀ ਕਿ ਉਹ ਬੱਚਾ ਲਰਨਿੰਗ ਡਿਸੇਬਲਡ ਹੋ ਸਕਦਾ ਹੈ। ਸੋ ਜੇ ਆਪਾਂ ਇੰਟੈਲੀਜੈਂਸ ਦੀ ਗੱਲ ਕਰੀਏ ਤਾਂ ਬਹੁਤੀ ਵਾਰ ਇਹ ਬੱਚੇ ਲੋ IQ ਦੇ ਨਹੀਂ ਹੈ। ਤੁਹਾਨੂੰ ਪੀਟੈਟ ਦੇ ਕੁਐਸਚਨ ਵਿੱਚ ਜਾਂ ਸੀਟੈਟ ਵਿੱਚ ਜਨਰਲੀ ਇਹ ਕੁਐਸਚਨ ਆਉਂਦਾ ਹੈ ਕਿ ਲਰਨਿੰਗ ਡਿਸੇਬਲ ਤੇ ਇੰਟੈਲੀਜੈਂਸ ਕੁਐਸ਼ੈਂਟ ਦਾ ਕੀ ਰਿਲੇਸ਼ਨ ਹੈ। ਲਰਨਿੰਗ ਡਿਸੇਬਲਡ ਲੋਕ ਮੈਂਟਲੀ ਰਿਟਾਰਡਡ ਨਹੀਂ ਹੈ। Abhishek Bachchan was learning disabled, अपने कहते हैं so we had American president was learning disabled, but they had average intelligence। so ਜਿਹੜੀ intelligence ਹੈ, IQ ਹੈ, ਉਹ ਬੱਚਿਆਂ ਦੀ ਠੀਕ ਹੋਏਗੀ। ਮਾਨਸਿਕ ਤੌਰ ਤੇ, ਇੰਟੈਲੀਜੈਂਸ ਦੇ ਤੌਰ ਤੇ ਬੱਚੇ ਕਮਜ਼ੋਰ ਨਹੀਂ ਹੈ। ਸਟਿਲ ਉਹਨਾਂ ਦੇ ਪੋਟੈਂਸ਼ੀਅਲ ਤੇ ਅਚੀਵਮੈਂਟ ਵਿੱਚ ਗੈਪ ਹੈ। ਜੋ ਬੱਚਾ ਕਰ ਸਕਦਾ ਹੈ, ਜਿਵੇਂ ਸਪੋਜ਼ ਆਪਾਂ ਕਹੀਏ ਕਿ ਮੇਰੇ ਕੋਲ, ਤੁਹਾਡੀ ਕਲਾਸ 'ਚ ਵੀ ਬਹੁਤ ਵਾਰ ਆਪਾਂ ਇਹ ਗੱਲ ਕਰਦੇ ਹੁੰਦੇ ਹਾਂ ਕਿ ਸਪੋਜ਼ ਮੇਰੇ ਕੋਲ ਇੱਕ ਬੱਚਾ ਹੈ, ਵੀ ਹੈਵ ਅ ਚਾਈਲਡ ਰਾਮ, ਐਂਡ ਇਹ ਬੱਚਾ ਜਿਹੜਾ ਸਪੋਜ਼ ਇਹਦੀ ਕਾਬਿਲ ਸੀਗਾ ਕਿ ਇਹ 90% ਮਾਰਕਸ ਲੈ ਸਕਦਾ, ਇਹ ਉਹਦਾ ਪੋਟੈਂਸ਼ੀਅਲ ਹੈ, ਬਟ ਐਕਚੁਅਲ ਦੇ ਵਿੱਚ ਬੱਚਾ 40% 'ਤੇ ਖੜਾ ਹੈ, ਇਹ ਉਹਦੀ ਅਚੀਵਮੈਂਟ ਹੈ। ਸੋ ਜੇ ਇਹ ਬੱਚੇ ਦੇ ਵਿੱਚ ਜਨਰਲੀ ਜੋ ਆਪਾਂ ਦੇਖਦੇ ਹਾਂ ਕਿ ਜੋ ਇਹ ਕਰ ਸਕਦਾ ਹੈ ਅਤੇ ਜੋ ਇਹ ਕਰ ਰਿਹਾ ਹੈ, ਉਹਦੇ ਵਿੱਚ ਤੁਹਾਨੂੰ ਕੀ ਮਿਲੇਗਾ, ਇੱਕ ਗੈਪ ਮਿਲੇਗਾ। ਐਂਡ ਉਹ ਗੈਪ ਹੀ ਐਕਚੁਅਲੀ ਤੁਹਾਨੂੰ ਹੈਲਪ ਕਰਦਾ ਇਸ ਚੀਜ਼ ਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਵੀ ਸ਼ਾਇਦ ਬੱਚੇ ਨੂੰ ਕੋਈ ਲਰਨਿੰਗ ਡਿਸੇਬਿਲਿਟੀ ਦੀ ਪ੍ਰੋਬਲਮ ਹੈ, ਰਾਈਟ। दिस इज़ वाई लर्निंग डिसेबिलिटीज़ आर रेफर्ड टू एज हिडन डिसेबिलिटीज़। भी इसी करके बहुत ही बार पहचानियाँ नहीं जांदियाँ बिकॉज पर्सन अदरवाइज तो नॉर्मली दिखता है एंड सीम्स टू बी अ वेरी ब्राइट चाइल्ड, इंटैलीजेंट चाइल्ड, बट येट ਜਦੋਂ ਤੁਸੀਂ ਐਕਸਪੈਕਟੇਸ਼ਨ ਸਕਿੱਲਸ ਦੀ ਗੱਲ ਕਰਦੇ ਹੋ ਤਾਂ ਉਹ ਆਪਣੀ ਏਜ ਤੋਂ ਵਰਗੇ ਬੱਚਿਆਂ ਦੇ ਵਰਗੇ ਸਕਿੱਲਸ ਸ਼ੋ ਨਹੀਂ ਕਰਦਾ, ਰਾਈਟ। ਲਰਨਿੰਗ ਡਿਸੇਬਿਲਿਟੀ ਕੈਨ ਨੋਟ ਬੀ ਕਿਉਰਡ ਔਰ ਫਿਕਸ। ਇਹ ਹਮੇਸ਼ਾ ਧਿਆਨ ਰੱਖੋ ਕਿ ਆਪਾਂ ਇਹਨੂੰ ਠੀਕ ਨਹੀਂ ਕਰ ਸਕਦੇ ਕਿਉਂਕਿ ਜੈਨੇਟਿਕ ਰੀਜ਼ਨ ਤਾਂ ਲਾਈਫ ਲੌਂਗ ਚੈਲੰਜ ਤਾਂ ਰਹੇਗਾ ਹੀ ਰਹੇਗਾ। ਬਟ ਦੈਨ ਅਸੀਂ ਸਪੋਰਟ ਦੇ ਕੇ ਜਾਂ ਇੰਟਰਵੈਂਸ਼ਨ ਦੇ ਕੇ ਬੱਚੇ ਦੀ ਇਸ ਡਿਸੇਬਿਲਿਟੀ ਨੂੰ ਸੁਧਾਰ ਸਕਦੇ ਇਨ ਦ ਸੈਂਸ ਕਿ ਉਸਦੇ ਬਾਵਜੂਦ ਵੀ ਬੱਚਾ ਆਪਣੀ ਲਾਈਫ ਵਿੱਚ ਅਚੀਵਮੈਂਟ ਕਰ ਸਕਦਾ, ਰਾਈਟ। So now we'll do the definition of learning disability.
ਜੋ ਆਪਣਾ ਡਿਸੇਬਿਲਿਟੀ ਐਜੂਕੇਸ਼ਨ ਐਕਟ ਹੈ ਉਹਦੇ ਅੰਡਰ ਇਸ ਨੂੰ ਕਿਵੇਂ ਐਕਸਪਲੇਨ ਕੀਤਾ ਗਿਆ। ਸਪੈਸੀਫਿਕ ਲਰਨਿੰਗ ਡਿਸੇਬਿਲਿਟੀ ਮੀਨਸ डिसऑर्डर मीन्स ठीक ना होना, बेतरतीब होना इन वन और मोर ऑफ द बेसिक साइकोलॉजिकल प्रोसेसेस इन्वॉल्वड इन द अंडरस्टैंडिंग और यूजिंग ऑफ लैंग्वेज, भाषा ਨੂੰ ਸਮਝਣ ਜਾਂ ਵਰਤਣ ਦੇ ਹੁਨਰ ਵਿੱਚ, ਚਾਹੇ ਬੋਲ ਕੇ ਜਾਂ ਲਿਖ ਕੇ। ਜਦੋਂ ਤੁਹਾਡੇ ਇਸ ਪ੍ਰੋਸੈਸ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਜੋ ਕਿ ਦਿਖੇਗੀ ਕਿਵੇਂ, ਮੈਨੀਫੈਸਟ ਦਾ ਮਤਲਬ ਹੁੰਦਾ ਦਿਖੇਗੀ ਕਿਵੇਂ, ਬੱਚਾ ਸਹੀ ਤਰ੍ਹਾਂ ਸੁਣ ਨਹੀਂ ਪਾਉਂਦਾ, ਬੋਲ ਨਹੀਂ ਪਾਉਂਦਾ, ਪੜ੍ਹ ਨਹੀਂ ਪਾਉਂਦਾ ਜਾਂ ਸਪੈਲ ਨਹੀਂ ਕਰ ਪਾਉਂਦਾ ਜਾਂ ਮੈਥਸ ਦੀਆਂ ਕੈਲਕੂਲੇਸ਼ਨਸ ਵੀ ਨਹੀਂ ਕਰ ਪਾਉਂਦਾ, then the child has some kind of a learning disability. This term includes such conditions as perceptual handicap, ਮਨੋਵਿਗਿਆਨਕ ਤੌਰ ਤੇ ਤੁਹਾਨੂੰ ਲੱਗਦਾ ਕਿ ਇਹ ਹੈਂਡੀਕੈਪ ਹੈ, ਦਿਮਾਗ ਦੀ ਕੋਈ ਇੰਜਰੀ ਹੋ ਜੇ, ਮਿਨੀਮਲ ਬ੍ਰੇਨ डिसफंक्शन, जे थोड़ा जिहा दिमाग ठीक तरह काम नहीं कर रहा। डिसलैक्सीਆ ਇਸ ਲਈ ਲਿਖਿਆ क्योंकि ਜਦੋਂ ਆਪਾਂ ਲਰਨਿੰਗ ਡਿਸੇਬਿਲਿਟੀ ਨੂੰ ਸ਼ੁਰੂ ਕੀਤਾ ਸੀ ਸਭ ਤੋਂ ਪਹਿਲਾਂ ਇਹਨੂੰ ਡਿਸਲੈਕਸੀਆ ਹੀ ਨਾਲ ਯੂਜ਼ ਕੀਤਾ ਜਾਂਦਾ ਸੀ, ਫਿਰ ਬਾਅਦ ਚੋਂ ਪਤਾ ਲੱਗਿਆ ਕਿ ਡਿਸਲੈਕਸੀਆ ਇੱਕ ਸਪੈਸੀਫਿਕ ਕਾਈਂਡ ਆਫ ਲਰਨਿੰਗ ਡਿਸੇਬਿਲਿਟੀ ਹੈ, ਤਾਂ ਇਹਨਾਂ ਨੇ ਇਹਦੇ ਵਿੱਚ ਲੈ ਲਿਆ। ਕੋਈ ਅਕਸਰ ਲੋਕ ਹਰ ਤਰ੍ਹਾਂ ਦੀ ਲਰਨਿੰਗ ਡਿਸੇਬਿਲਿਟੀ ਨੂੰ ਡਿਸਲੈਕਸੀਆ ਹੀ ਕਹਿੰਦੇ ਸੀ। ਜਾਂ ਡਿਵੈਲਪਮੈਂਟਲ ਏਫੇਜ਼ੀਆ ਹੁੰਦਾ ਜਦੋਂ ਸਾਡੇ ਕੋਲ ਸ਼ਬਦ ਦੀ ਘਾਟ ਹੋਵੇ, ਸੋ ਵਿਕਾਸਸ਼ੀਲ ਦੇ ਟਾਈਮ ਉਹਨਾਂ ਰੀਜ਼ਨਸ ਕਰਕੇ ਜੇ ਬੱਚਾ ਵਰਡਸ ਨਹੀਂ ਯੂਜ਼ ਕਰ ਪਾ ਰਿਹਾ, ਦੈਨ ਇਟ ਇਜ਼ ਅੰਡਰ ਲਰਨਿੰਗ ਡਿਸੇਬਿਲਿਟੀ। ਦ ਟਰਮ ਡਜ਼ ਨਾਟ ਇੰਕਲੂਡ, ਇਹਦੇ ਵਿੱਚ ਉਹ ਬੱਚੇ ਸ਼ਾਮਿਲ ਨਹੀਂ ਹੁੰਦੇ ਜਿਨ੍ਹਾਂ ਦੀਆਂ ਸਿੱਖਣ ਦੀਆਂ ਪ੍ਰੋਬਲਮਸ ਉਹਨਾਂ ਦੀ ਵਿਜ਼ੂਅਲ ਦੇਖਣ ਦੀ, ਸੁਣਨ ਦੀ ਜਾਂ ਉਹਦੀ ਮੋਟਰ ਮਸਲਸ ਦੀ ਕਿਸੇ ਕਮੀ ਕਾਰਨ ਹੈ, ਜਾਂ ਮਾਨਸਿਕ ਤੌਰ 'ਤੇ ਜੇ ਬੱਚੇ ਕਮਜ਼ੋਰ ਨੇ, ਇਮੋਸ਼ਨਲੀ ਡਿਸਟਰਬਡ ਨੇ, ਜੋ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਵੀ ਜੇ ਬੱਚੇ ਇਹਨਾਂ ਰੀਜ਼ਨਸ ਕਰਕੇ ਸਿੱਖਣ ਦੀ ਸਮੱਸਿਆਵਾਂ ਨੂੰ ਮਹਿਸੂਸ ਕਰ ਰਹੇ ਨੇ ਤਾਂ ਆਪਾਂ ਉਹਨਾਂ ਨੂੰ ਲਰਨਿੰਗ ਡਿਸੇਬਿਲਿਟੀ ਵਿੱਚ ਇੰਕਲੂਡ ਨਹੀਂ ਕਰਦੇ। ਸੋ ਲਰਨਿੰਗ ਡਿਸੇਬਿਲਿਟੀ ਵਿੱਚ ਫਿਰ ਕੀ ਸ਼ਾਮਲ ਹੋਣਗੀਆਂ, ਦੋ ਤਰ੍ਹਾਂ ਦੀ ਕਲਾਸੀਫਿਕੇਸ਼ਨ ਹੈ, ਨੋਨ ਅਕੈਡਮਿਕ ਤੇ ਅਕੈਡਮਿਕ ਡਿਸੇਬਿਲਿਟੀਜ਼। ਅਕੈਡਮਿਕ ਡਿਸੇਬਿਲਿਟੀਜ਼ ਉਹ ਹੈ ਜਿਹੜੀ ਤੁਹਾਡੀ ਸਕੂਲ ਦੇ ਵਿੱਚ ਜਾਂ ਪੜ੍ਹਨ ਲਿਖਣ ਵਿੱਚ ਸਾਨੂੰ ਦਿਖਦੀਆਂ ਨੇ। ਨੋਨ ਅਕੈਡਮਿਕ ਉਹ ਹੋ ਗਈਆਂ ਜਿਹੜੀਆਂ ਸਾਡੀ ਪੜ੍ਹਾਈ ਨਾਲ ਰਿਲੇਟਿਡ ਨਹੀਂ ਹੈ ਬਟ ਦੈਨ ਸਟਿਲ ਸਾਨੂੰ ਪ੍ਰੋਬਲਮ ਕਰਦੀਆਂ। ਸੋ ਅਕੈਡਮਿਕ ਵਿੱਚ ਆਪਾਂ ਲੈਂਦੇ ਹਾਂ ਰੀਡਿੰਗ, ਬੱਚਾ ਰੀਡ ਨਹੀਂ ਠੀਕ ਤਰ੍ਹਾਂ ਕਰ ਪਾਉਂਦਾ, ਸਪੈਲਿੰਗ ਨਾ ਲਿਖ ਨਾ ਪਾਏ, ਰਾਈਟਿੰਗ ਚਾਹੇ ਆਪਾਂ ਕਹਿੰਦੇ ਪੈਨਸਿਲ ਪਕੜਨ ਦੀ ਉਹਦੇ ਵਿੱਚ ਹੈ ਜਾਂ ਕੋਈ ਵਿਚਾਰਾਂ ਨੂੰ ਲਿਖਣ ਦੀ ਇੱਕ ਕੰਪੋਜੀਸ਼ਨ ਦੇਣ ਦੇ ਵਿੱਚ, ਜਾਂ ਮੈਥਸ ਨਾਲ ਰਿਲੇਟਿਡ ਕੋਈ ਸਮੱਸਿਆ ਹੋਵੇ, ਉਹ ਸਾਰੀਆਂ ਅਕੈਡਮਿਕ ਹੋ ਜਾਣਗੀਆਂ। ਨੋਨ ਅਕੈਡਮਿਕ 'ਚ ਕਿਹੜੀਆਂ ਆਉਣਗੀਆਂ, ਵਿਜ਼ੂਅਲ ਮੋਟਰ ਪ੍ਰੋਬਲਮ, ਵੀ ਜਿਵੇਂ ਆਪਾਂ ਬੋਲ ਨੂੰ ਪਕੜਨਾ ਪਾਣਾ, ਰਾਈਟ, ਸੋ ਵਿਜ਼ੂਅਲ ਮੋਟਰ ਹੋ ਗਿਆ ਵੀ ਦੇਖ ਕੇ ਤੇ ਮਸਲਸ ਦੀਆਂ ਜਿਹੜੀਆਂ ਮੂਵਮੈਂਟਸ ਆ ਉਹਨਾਂ ਨੂੰ ਕੋਆਰਡੀਨੇਟ ਨਹੀਂ ਕਰ ਪਾਣਾ, ਚਾਹੇ ਉਹ ਫਾਈਨ ਹੋਣ ਬਰੀਕ ਲੈਵਲ 'ਤੇ ਜਾਂ ਮੋਟੇ ਤੌਰ 'ਤੇ, ਜਿਵੇਂ ਬੋਲ ਪਕੜਨਾ ਇਜ਼ ਅ ਗ੍ਰੋਸ ਕੋਆਰਡੀਨੇਸ਼ਨ, ਬ੍ਰਸ਼ ਪਕੜਨਾ ਪੇਂਟਿੰਗ ਦਾ ਫਾਈਨ ਹੋ ਜਾਂਦਾ ਹੈ। ਲੈਂਗੁਏਜ ਦੀ ਪ੍ਰੋਬਲਮ, ਭਾਸ਼ਾ ਨਾਲ ਸੰਬੰਧੀ ਪ੍ਰੋਬਲਮਸ, ਯਾਦ ਰੱਖਣ ਦੀ ਸ਼ਕਤੀ, ਚਾਹੇ ਦੇਖ ਕੇ ਜੋ ਚੀਜ਼ਾਂ ਦੇਖੀਆਂ ਨੇ ਉਹ ਨਹੀਂ ਯਾਦ ਰਹਿੰਦੀਆਂ ਜਾਂ ਸੁਣ ਕੇ ਚੀਜ਼ਾਂ ਯਾਦ ਨਾ ਰਹਿਣੀਆਂ। ਪਰਸੈਪਚੁਅਲ ਪ੍ਰੋਬਲਮ, ਗੱਲਾਂ ਨੂੰ ਸਹੀ ਤਰ੍ਹਾਂ ਨਾ ਸਮਝ ਪਾਣਾ। ਸੋ ਇਹ ਸਾਰੀਆਂ ਸਮੱਸਿਆਵਾਂ ਜਿਹਨੂੰ ਆਮ ਜ਼ਿੰਦਗੀ ਵਿੱਚ ਆਉਣਗੀਆਂ ਉਹਨਾਂ ਨੂੰ ਆਪਾਂ ਨੋਨ ਅਕੈਡਮਿਕ ਕਹਿੰਦੇ, ਰਾਈਟ। ਸੋ ਇਹਨੂੰ ਆਪਾਂ ਇਹ ਪਿਕਚਰ ਇਸ ਲਈ ਡਰਾ ਕੀਤੀ ਹੈ ਤੁਹਾਡੇ ਇੱਥੇ ਜਾਂ ਇੰਕਲੂਡ ਕੀਤੀ ਹੈ ਕਿ ਇਨ ਦਾ ਸੈਂਸ ਕਈ ਵਾਰ ਤੁਸੀਂ ਪੜ੍ਹੋਗੇ ਜਿੱਥੇ ਲਿਖਿਆ ਹੁੰਦਾ ਲਰਨਿੰਗ ਡਿਸੇਬਿਲਿਟੀਜ਼ ਦਾ ਅੰਬ੍ਰੇਲਾ ਟਰਮ ਦਾ ਮਤਲਬ ਹੁੰਦਾ ਕਿ ਇੱਕ ਵੱਡੀ ਵਿਸ਼ਾਲ ਟਰਮ ਹੈ ਜਿਹਦੇ 'ਚ ਕਾਫੀ ਚੀਜ਼ਾਂ ਸ਼ਾਮਲ ਹੈ। ਸੋ ਇੱਕ ਛਤਰੀ ਦੀ ਤਰ੍ਹਾਂ ਹੈ ਜੋ ਆਪਣੇ ਨੀਚੇ ਕਾਫੀ ਲੋਕਾਂ ਨੂੰ ਖੜਾ ਕਰ ਲੈਂਦੀ ਹੈ। ਸੋ ਲਰਨਿੰਗ ਡਿਸੇਬਿਲਿਟੀ ਬੋਲਦੇ ਹੀ ਚਾਹੇ ਰੀਡਿੰਗ ਦੀ ਹੋਵੇ, ਚਾਹੇ ਰਾਈਟਿੰਗ ਦੀ ਹੋਵੇ, ਸਪੈਲਿੰਗ ਦੀ ਹੋਵੇ, ਮੈਥਸ ਦੀ ਹੋਵੇ, ਸਾਰੀਆਂ ਇਹਦੇ ਅੰਡਰ ਆ ਜਾਂਦੀਆਂ। ਆਡੀਟਰੀ ਪ੍ਰੋਸੈਸਿੰਗ ਦੀ ਹੋਵੇ, ਸੈਂਸਰੀ ਮੋਟਰ ਹੋਵੇ, ਸੋਸ਼ਲ ਹੋਵੇ, ਇਮੋਸ਼ਨਲ ਹੋਵੇ, ਉਹ ਵੀ ਇਹਦੇ ਅੰਡਰ ਆ ਜਾਣਗੀਆਂ। ਸੋ ਜੇ ਜਾਂ ਤੁਸੀਂ ਭਾਸ਼ਾ ਨੂੰ ਸਮਝ ਨਹੀਂ ਪਾ ਰਹੇ, ਯੂਜ਼ ਨਹੀਂ ਕਰ ਪਾ ਰਹੇ, ਮਨੋਵਿਗਿਆਨਿਕ ਪ੍ਰਕਿਰਿਆਵਾਂ ਜੋ ਕਿਸੇ ਇਨਫੋਰਮੇਸ਼ਨ ਨੂੰ ਗ੍ਰਹਿਣ ਕਰਨ ਵਿੱਚ, ਉਹਨੂੰ ਉਹਦੇ ਉੱਤੇ ਕਾਰਜਸ਼ੀਲ ਹੋਣ ਲਈ, ਦੁਬਾਰਾ ਯਾਦ ਕਰਨ ਲਈ ਜਾਂ ਆਪਣੇ ਵਿਚਾਰਾਂ ਨੂੰ ਕਮਿਊਨੀਕੇਟ ਕਰਨ ਦੇ ਨਾਲ ਸੰਬੰਧਿਤ ਹੋਵੇ, that is included in learning disability. So this is all about the meaning of learning disabilities. I hope the meaning is clear with you. We'll move to the next we'll have the different learning disabilities जो ਆਪਾਂ one by one deal करेंगे, and I think I'll cover that in the next presentation so that things don't become very difficult for you. ਤੁਸੀਂ one by one ਆਪਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, right? So thank you for being with me in this presentation.